ਇੱਕ ਵਾਰ ਦੀ ਗੱਲ ਹੈ ਕਿ ਮਹਾਤਮਾ ਬੁੱਧ ਤੇ ਉਹਨਾਂ ਦੇ ਸ਼ਿਸ਼ ਇੱਕ ਜੰਗਲ ਵਿੱਚੋਂ ਗੁਜ਼ਰ ਰਹੇ ਸੀ। ਬਹੁਤ ਦੇਰ ਤੱਕ ਚੱਲਣ ਤੋਂ ਬਾਅਦ ਮਹਾਤਮਾ ਬੁੱਧ ਤੇ ਉਹਨਾਂ ਦੇ ਸ਼ਿਸ਼ ਇੱਕ ਦਰਖਤ ਦੀ ਛਾਂ ਹੇਠਾਂ ਆਰਾਮ ਕਰਨ ਲਈ ਬੈਠ ਗਏ। ਉਸ ਦਰਖਤ ਦੀ ਛਾਂ ਵਿੱਚ ਉਹਨਾਂ ਨੂੰ ਇੱਕ ਅਲੱਗ ਤਰ੍ਹਾਂ ਦੀ ਸ਼ਾਂਤੀ ਮਹਿਸੂਸ ਹੋ ਰਹੀ ਸੀ। ਸਾਰੇ ਉਸ ਸ਼ਾਂਤੀ ਨੂੰ ਅਨੁਭਵ ਕਰ ਰਹੇ ਹੁੰਦੇ ਹਨ। ਕੋਈ ਵੀ ਇੱਕ ਸ਼ਬਦ ਨਹੀਂ ਬੋਲਦਾ, ਸਭ ਉਸ ਸ਼ਾਂਤੀ ਨੂੰ ਮਹਿਸੂਸ ਕਰ ਰਹੇ ਹੁੰਦੇ ਹਨ। ਥੋੜ੍ਹੀ ਦੇਰ ਬਾਅਦ ਮਹਾਤਮਾ ਬੁੱਧ ਦਾ ਇੱਕ ਸ਼ਿਸ਼ ਉੱਠਦਾ ਹੈ ਤੇ ਉਹਨਾਂ ਨੂੰ ਪੁੱਛਦਾ ਹੈ ਕਿ ਹੇ ਪ੍ਰਭੂ, ਮੈਂ ਤੁਹਾਡੇ ਤੋਂ ਇੱਕ ਪ੍ਰਸ਼ਨ ਕਰਨਾ ਚਾਹੁੰਦਾ ਹਾਂ। ਤਾਂ ਬੁੱਧ ਕਹਿੰਦੇ ਹਨ ਕਿ ਪੁੱਛੋ, ਕੀ ਪ੍ਰਸ਼ਨ ਹੈ। ਤਾਂ ਸ਼ਿਸ਼ ਬੁੱਧ ਨੂੰ ਪੁੱਛਦਾ ਹੈ ਕਿ ਬੁੱਧ ਜੀ, ਮੈਂ ਤੁਹਾਨੂੰ ਕਦੇ ਵੀ ਦੁਖੀ ਨਹੀਂ ਵੇਖਿਆ। ਤੁਹਾਡੇ ਚਿਹਰੇ ਉੱਤੇ ਇੱਕ ਅਲੱਗ ਜਿਹਾ ਨੂਰ ਤੇ ਮੁਸਕਰਾਹਟ ਹੁੰਦੀ ਹੈ। ਇਹ ਮੁਸਕਰਾਹਟ ਸਾਨੂੰ ਅੰਦਰ ਤੱਕ ਆਨੰਦਿਤ ਕਰ ਦਿੰਦੀ ਹੈ। ਤੁਹਾਡੇ ਚਿਹਰੇ ਤੇ ਜੋ ਨੂਰ ਹੈ ਉਹ ਸਾਨੂੰ ਦੁੱਖਾਂ ਤੋਂ ਕੋਹਾਂ ਦੂਰ ਰੱਖਦਾ ਹੈ। ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੇ ਤੁਹਾਡਾ ਸ਼ਿਸ਼ ਬਣਨ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਦੁੱਖ ਸੀ। ਇਸ ਕਰਕੇ ਮੈਂ ਭਿਕਸ਼ੂ ਵੀ ਬਣ ਗਿਆ, ਪਰ ਮੈਂ ਅਜੇ ਤੱਕ ਇਹ ਨਹੀਂ ਜਾਣ ਸਕਿਆ ਕਿ ਵਾਸਤਵ ਵਿੱਚ ਦੁੱਖ ਹੁੰਦਾ ਕੀ ਹੈ। ਬੁੱਧ ਮੁਸਕਰਾਏ ਤੇ ਸ਼ਿਸ਼ ਨੂੰ ਕਹਿਣ ਲੱਗੇ ਕਿ ਦੁੱਖ ਇੱਕ ਵਿਚਾਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਇਹ ਸੁਣ ਕੇ ਸਾਰੇ ਸ਼ਿਸ਼ ਚੌਂਕ ਗਏ ਅਤੇ ਬੁੱਧ ਨੂੰ ਕਹਿਣ ਲੱਗੇ, ਪਰ ਵਿਚਾਰ ਤਾਂ ਆਉਂਦੇ ਹਨ ਤੇ ਚਲੇ ਜਾਂਦੇ ਹਨ, ਪਰ ਦੁੱਖ ਜੇ ਇੱਕ ਵਾਰ ਆ ਜਾਵੇ ਤਾਂ ਜਾਣ ਦਾ ਨਾਮ ਹੀ ਨਹੀਂ ਲੈਂਦਾ। ਫਿਰ ਬੁੱਧ ਕਹਿੰਦੇ ਹਨ ਕਿ ਇਸ ਗੱਲ ਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਇੱਕ ਬਹੁਤ ਜ਼ਿਆਦਾ ਧਨਵਾਨ ਸੇਠ ਰਹਿੰਦਾ ਸੀ। ਉਸ ਦਾ ਇੱਕ ਬਹੁਤ ਪੁਰਾਣਾ ਤੇ ਇਮਾਨਦਾਰ ਨੌਕਰ ਸੀ। ਉਹ ਸੇਠ ਆਪਣੇ ਨੌਕਰ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ। ਉਹ ਕਦੇ ਵੀ ਆਪਣੇ ਨੌਕਰ ਤੇ ਕੋਈ ਸ਼ੱਕ ਨਹੀਂ ਕਰਦਾ ਸੀ, ਕਿਉਂਕਿ ਉਸ ਦਾ ਨੌਕਰ ਵਾਸਤਵ ਵਿੱਚ ਵੀ ਬਹੁਤ ਜ਼ਿਆਦਾ ਇਮਾਨਦਾਰ ਸੀ। ਇੱਕ ਵਾਰ ਉਸ ਸੇਠ ਨੂੰ ਕਿਸੇ ਕੰਮ ਲਈ ਬਾਹਰ ਜਾਣਾ ਪੈਂਦਾ ਹੈ। 2-3 ਦਿਨਾਂ ਬਾਅਦ ਜਦੋਂ ਉਹ ਘਰ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਨਾਲ ਇੱਕ ਕੀਮਤੀ ਮੂਰਤੀ ਲੈ ਕੇ ਆਉਂਦਾ ਹੈ ਤੇ ਉਹ ਉਸ ਕੀਮਤੀ ਮੂਰਤੀ ਨੂੰ ਆਪਣੇ ਕਮਰੇ ਵਿੱਚ ਸਜਾ ਕੇ ਰੱਖਦਾ ਹੈ ਤੇ ਆਪਣੇ ਨੌਕਰ ਨੂੰ ਕਹਿੰਦਾ ਹੈ ਕਿ ਤੂੰ ਇਸ ਮੂਰਤੀ ਦੀ ਖਾਸ ਕਰਕੇ ਦੇਖਭਾਲ ਕਰਨੀ ਹੈ। ਧਿਆਨ ਰਹੇ ਇਹ ਟੁੱਟੇ ਨਾ, ਇਹ ਬਹੁਤ ਜ਼ਿਆਦਾ ਕੀਮਤੀ ਤੇ ਮਹਿੰਗੀ ਏ। ਨੌਕਰ ਕਹਿੰਦਾ ਹੈ, ਜੀ ਮਾਲਕ, ਮੈਂ ਇਸ ਦਾ ਪੂਰਾ ਧਿਆਨ ਰੱਖਾਂਗਾ, ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ। ਅਗਲੇ ਦਿਨ ਜਦੋਂ ਨੌਕਰ ਸਫਾਈ ਕਰ ਰਿਹਾ ਹੁੰਦਾ ਹੈ ਤਾਂ ਸਫਾਈ ਕਰਦੇ ਕਰਦੇ ਉਹ ਮੂਰਤੀ ਤੋਂ ਘੱਟਾ ਸਾਫ਼ ਕਰ ਲੱਗਦਾ ਹੈ ਤੇ ਸਾਫ਼ ਕਰਦੇ ਕਰਦੇ ਮੂਰਤੀ ਉਹਦੇ ਹੱਥ 'ਚੋਂ ਛੁੱਟ ਜਾਂਦੀ ਹੈ ਤੇ ਟੁੱਟ ਜਾਂਦੀ ਹੈ। ਜਦੋਂ ਸੇਠ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਨੌਕਰ ਦੇ ਕੋਲ ਆਉਂਦਾ ਹੈ ਤੇ ਨੌਕਰ ਨੂੰ ਬਹੁਤ ਬੁਰਾ ਭਲਾ ਕਹਿੰਦਾ ਹੈ, ਡਾਂਟਦਾ ਹੈ, ਫਟਕਾਰਦਾ ਹੈ, ਪਰ ਉਸ ਨੂੰ ਕੁੱਟਦਾ ਨਹੀਂ ਤੇ ਨਾ ਹੀ ਉਸ ਨੂੰ ਨੌਕਰੀ ਤੋਂ ਕੱਢਦਾ ਹੈ, ਕਿਉਂਕਿ ਉਹ ਸੇਠ ਦਾ ਬਹੁਤ ਜ਼ਿਆਦਾ ਵਫਾਦਾਰ ਤੇ ਪੁਰਾਣਾ ਨੌਕਰ ਸੀ। ਇਸ ਲਈ ਉਹ ਉਸ ਨੂੰ ਫਟਕਾਰ ਕੇ ਛੱਡ ਦਿੰਦਾ ਹੈ। ਸੇਠ ਆਪਣੀ ਉਸ ਕੀਮਤੀ ਮੂਰਤੀ ਬਾਰੇ ਸੋਚ ਕੇ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ। ਰਾਤ ਹੁੰਦੀ ਹੈ, ਸੇਠ ਆਪਣੇ ਕਮਰੇ ਵਿੱਚ ਆ ਜਾਂਦਾ ਹੈ ਤੇ ਸੌਣਾ ਚਾਹੁੰਦਾ ਹੈ, ਪਰ ਉਸ ਨੂੰ ਨੀਂਦ ਨਹੀਂ ਆਉਂਦੀ। ਉਸ ਦਾ ਮਨ ਬੇਚੈਨ ਹੋ ਜਾਂਦਾ ਹੈ। ਬੇਚੈਨੀ ਦੇ ਕਾਰਨ ਸੇਠ ਆਪਣੇ ਕਮਰੇ ਵਿੱਚੋਂ ਬਾਹਰ ਆਉਂਦਾ ਹੈ ਤੇ ਦੇਖਦਾ ਹੈ ਕਿ ਉਸ ਦਾ ਨੌਕਰ ਬੇਚਿੰਤ ਹੋ ਕੇ ਘਰਾਟੇ ਮਾਰ ਰਿਹਾ ਹੈ ਤੇ ਸ਼ਾਂਤੀ ਨਾਲ ਸੁੱਤਾ ਪਿਆ ਹੈ। ਇਹ ਦੇਖ ਕੇ ਸੇਠ ਹੋਰ ਜ਼ਿਆਦਾ ਗੁੱਸਾ ਹੋ ਜਾਂਦਾ ਹੈ ਤੇ ਉਹ ਸੋਚਣ ਲੱਗਦਾ ਹੈ ਕਿ ਇਸ ਨੇ ਮੇਰੀ ਇੰਨੀ ਕੀਮਤੀ ਤੇ ਮਹਿੰਗੀ ਮੂਰਤੀ ਤੋੜ ਦਿੱਤੀ ਤੇ ਇਸ ਨੂੰ ਬਿਲਕੁਲ ਵੀ ਚਿੰਤਾ ਨਹੀਂ ਹੈ। ਮੈਨੂੰ ਇੱਥੇ ਨੀਂਦ ਨਹੀਂ ਆ ਰਹੀ ਤੇ ਖੁਦ ਆਰਾਮ ਨਾਲ ਸੁੱਤਾ ਪਿਆ ਹੈ। ਪਰ ਸੇਠ ਕੁਝ ਕਰ ਨਹੀਂ ਪਾਉਂਦਾ, ਕਿਉਂਕਿ ਉਹ ਉਸ ਦਾ ਵਫਾਦਾਰ ਤੇ ਬਹੁਤ ਪੁਰਾਣਾ ਨੌਕਰ ਸੀ। ਸੇਠ ਆਪਣੇ ਕਮਰੇ ਵਿੱਚ ਵਾਪਸ ਚਲਾ ਜਾਂਦਾ ਹੈ। ਅਗਲੇ ਦਿਨ ਸੇਠ ਸੋਚਦਾ ਹੈ ਕਿ ਇਸ ਸਮੱਸਿਆ ਤੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾਵੇ। ਫਿਰ ਸੇਠ ਨੂੰ ਇੱਕ ਆਈਡੀਆ ਆਉਂਦਾ ਹੈ ਤੇ ਉਹ ਆਪਣੇ ਨੌਕਰ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ, ਇਹ ਕਹਿੰਦੇ ਹੋਏ ਕਿ ਜੋ ਕੀਮਤੀ ਮੂਰਤੀ ਕੱਲ੍ਹ ਤੋਂ ਤੋੜ ਦਿੱਤੀ ਹੈ ਉਹ ਮੈਂ ਸਪੈਸ਼ਲੀ ਤੇਰੇ ਲਈ ਲੈ ਕੇ ਆਇਆ ਸੀ। ਉਹ ਮੈਂ ਤੈਨੂੰ ਗਿਫਟ ਦੇ ਰੂਪ ਵਿੱਚ ਦੇਣਾ ਚਾਹੁੰਦਾ ਸੀ, ਪਰ ਕੀ ਕਰ ਸਕਦੇ ਹਾਂ, ਹੁਣ ਤਾਂ ਉਹ ਟੁੱਟ ਗਈ ਹੈ। ਸੇਠ ਦੀ ਗੱਲ ਸੁਣ ਕੇ ਨੌਕਰ ਨੂੰ ਝਟਕਾ ਲੱਗਦਾ ਹੈ ਤੇ ਨੌਕਰ ਸੋਚਦਾ ਹੈ ਕਿ ਮੇਰੇ ਕੋਲੋਂ ਇਹ ਕੀ ਹੋ ਗਿਆ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਇੰਨੀ ਕੀਮਤੀ ਚੀਜ਼ ਮੇਰੇ ਲਈ ਸੇਠ ਲੈ ਕੇ ਆਏ ਸੀ ਤੇ ਉਹ ਮੇਰੇ ਹੱਥੋਂ ਹੀ ਟੁੱਟ ਗਈ। ਫਿਰ ਕੀ ਹੁੰਦਾ ਹੈ, ਨੌਕਰ ਦੇ ਮਨ ਵਿੱਚ ਬੇਚੈਨੀ ਪੈਦਾ ਹੋ ਜਾਂਦੀ ਹੈ। ਉਸ ਦਾ ਮਨ ਬਹੁਤ ਜ਼ਿਆਦਾ ਬੇਚੈਨ ਹੋ ਜਾਂਦਾ ਹੈ। ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ। ਜਦੋਂ ਰਾਤ ਆਉਂਦੀ ਹੈ ਤਾਂ ਸੇਠ ਬੜੇ ਆਰਾਮ ਨਾਲ ਸੌਂ ਜਾਂਦਾ ਹੈ ਤੇ ਨੌਕਰ ਨੂੰ ਬੇਚੈਨੀ ਦੇ ਕਾਰਨ ਨੀਂਦ ਨਹੀਂ ਆਉਂਦੀ। ਉਸ ਨੂੰ ਨੀਂਦ ਕਿਉਂ ਨਹੀਂ ਆਉਂਦੀ? ਕਿਉਂਕਿ ਹੁਣ ਉਸ ਨੌਕਰ ਨੇ ਉਹ ਕੀਮਤੀ ਮੂਰਤੀ ਨੂੰ ਆਪਣੇ ਨਾਲ ਜੋੜ ਲਿਆ ਸੀ। ਇਸ ਲਈ ਉਹ ਦੁਖੀ ਸੀ, ਕਿਉਂਕਿ ਪਹਿਲਾਂ ਉਹ ਨੌਕਰ ਦੇ ਮਨ ਵਿੱਚ ਇਹ ਵਿਚਾਰ ਨਹੀਂ ਸੀ ਕਿ ਉਹ ਉਸ ਦੀ ਚੀਜ਼ ਹੈ, ਪਰ ਉਸ ਦੇ ਮਨ ਵਿੱਚ ਇਹ ਵਿਚਾਰ ਆਉਂਦੇ ਹੀ ਕਿ ਜੇਕਰ ਉਹ ਟੁੱਟਦੀ ਨਾ ਤਾਂ ਅੱਜ ਮੇਰੀ ਹੁੰਦੀ। ਤੇ ਫਿਰ ਇਸ ਕਹਾਣੀ ਤੇ ਮਹਾਤਮਾ ਬੁੱਧ ਕੀ ਫਰਮਾਉਂਦੇ ਹਨ ਕਿ ਦੁੱਖ ਕੇਵਲ ਇੱਕ ਵਿਚਾਰ ਹੈ। ਇਹ ਵਿਚਾਰ ਕਿਵੇਂ ਪੈਦਾ ਹੁੰਦਾ ਹੈ? ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਚੀਜ਼ ਨਾਲ ਜੋੜ ਲੈਂਦੇ ਹਾਂ ਤੇ ਫਿਰ ਉਸ ਚੀਜ਼ ਨੂੰ ਅਸੀਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹੀ ਚੀਜ਼ ਸਾਨੂੰ ਦੁੱਖ ਦਿੰਦੀ ਹੈ। ਪਰ ਅਸਲ ਸੱਚਾਈ ਤਾਂ ਇਹੀ ਹੈ ਕਿ ਕੋਈ ਵੀ ਚੀਜ਼ ਸਾਡੇ ਨਾਲ ਜੁੜ ਨਹੀਂ ਸਕਦੀ। ਹਰ ਚੀਜ਼ ਤੁਹਾਡੇ ਕੋਲ ਹੈ, ਤੁਹਾਡੀ ਹੈ, ਪਰ ਕੁਝ ਸਮੇਂ ਦੇ ਲਈ। ਥੋੜ੍ਹਾ ਸਮਾਂ ਬੀਤਣ ਤੇ ਉਹ ਤੁਹਾਡੇ ਤੋਂ ਦੂਰ ਹੋ ਜਾਵੇਗੀ। ਇਹਨਾਂ ਚੀਜ਼ਾਂ ਵਿੱਚ ਉਹ ਸਭ ਦੁਨਿਆਵੀ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਇਨਸਾਨ ਆਪਣਾ ਸਮਝਦਾ ਹੈ, ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ।
ਜਿਵੇਂ ਮਾਂ ਪਿਓ, ਭੈਣ ਭਰਾ, ਬੱਚੇ, ਪਤੀ ਪਤਨੀ, ਕੋਠੀਆਂ ਕਾਰਾਂ, ਜ਼ਮੀਨ ਜਾਇਦਾਦਾਂ, ਪੈਸਾ ਧੇਲਾ, ਉਹ ਸਭ ਚੀਜ਼ਾਂ ਜਿਨ੍ਹਾਂ ਨੂੰ ਇਨਸਾਨ ਆਪਣਾ ਸਮਝਣ ਦਾ ਵਹਿਮ ਪਾਲੀ ਬੈਠਾ ਹੈ। ਪਰ ਅਸਲ ਸੱਚਾਈ ਤਾਂ ਇਹੀ ਹੈ ਕਿ ਇਹ ਸਭ ਪਰਾਈਆਂ ਹਨ। ਕੁਝ ਸਮੇਂ ਦੇ ਲਈ ਇਨਸਾਨ ਦੇ ਕੋਲ ਹਨ, ਫਿਰ ਉਸ ਤੋਂ ਦੂਰ ਹੋ ਜਾਣਗੀਆਂ। ਸੋ ਦੋਸਤੋ, ਇਹਨਾਂ ਚੀਜ਼ਾਂ ਨੂੰ, ਆਪਣੇ ਆਪ ਤੋਂ ਦੂਰ ਹੋਣ ਦੀ ਘਟਨਾ ਨੂੰ ਸਵੀਕਾਰ ਕਰੋ ਤੇ ਆਪਣੇ ਦੁੱਖ ਪਰੇਸ਼ਾਨੀਆਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਪਾਓ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ। इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, जे वीडियो वधिया लगी तो अगे शेयर जरूर करो। जल्दी मिलते हैं एक नवीं इंस्पिरेशनल वीडियो दे नाल। तद तक लई धन्नवाद।